सत श्री अकाल जी। हैलो सिक्ख्यार्थियों, ਤੁਹਾਡਾ इस सैशन ਵਿੱਚ स्वागत करते हैं जो कि पार्ट्स ऑफ आर्क वेल्डिंग, वेल्डिंग ट्रांसफॉर्मर ਤੇ इट्स एक्सेसरीज बारे हैगा। आओ सैशन ਦੀ शुरुआत करिए। आओ इस सैशन ਦੇ ਉਦੇਸ਼ਾਂ ਤੇ ਇੱਕ ਨਜ਼ਰ ਮਾਰੀਏ। ਇਸ ਸੈਸ਼ਨ ਦੇ ਅੰਤ ਤੱਕ ਤੁਸੀਂ ਇਹ ਕਰਨ ਦੇ ਯੋਗ ਹੋਵੋਗੇ। ਆਰਕ ਵੈਲਡਿੰਗ ਦੇ ਪਾਰਟਸ ਬਾਰੇ ਦੱਸਣਾ, ਵੈਲਡਿੰਗ ਟਰਾਂਸਫਾਰਮਰਸ ਦੇ ਫੀਚਰਸ ਬਾਰੇ ਦੱਸਣਾ, ਵੱਖ-ਵੱਖ ਵੈਲਡਿੰਗ ਐਕਸੈਸਰੀਜ਼ ਨੂੰ ਲਿਸਟ ਕਰਨਾ। ਆਓ ਹੁਣ ਅਸੀਂ ਆਰਕ ਵੈਲਡਿੰਗ ਦੇ ਪ੍ਰੋਸੈਸ ਬਾਰੇ ਸਮਝਦੇ ਹਾਂ। ਆਰਕ ਵੈਲਡਿੰਗ ਪ੍ਰੋਸੈਸ ਵਿੱਚ ਹੀਟ ਦਾ ਸੋਰਸ ਇਲੈਕਟ੍ਰਿਸਿਟੀ ਹੈ। ਹਾਈ ਐਂਪੀਅਰ लो वोल्टेज। इस हीट ਨੂੰ ਆਰਕ ਵੈਲਡਿੰਗ ਮਸ਼ੀਨ ਦੁਆਰਾ ਸਪਲਾਈ ਕੀਤਾ ਜਾਂਦਾ ਹੈ ਜੋ ਇਸ ਦਾ ਪਾਵਰ ਸੋਰਸ ਹੈ। ਬੇਸਿਕਲੀ ਵੈਲਡਿੰਗ ਮਸ਼ੀਨਸ ਦੇ ਪਾਵਰ ਸੋਰਸ ਹਨ ਡਾਇਰੈਕਟ ਕਰੰਟ DC, ਆਲਟਰਨੇਟਿੰਗ ਕਰੰਟ AC। ਉਪਕਰਨ ਦੀ ਵਰਤੋਂ ਕੀਤੀ ਜਾਂਦੀ ਹੈ ਆਰਕ ਵੈਲਡਿੰਗ ਲਈ AC ਜਾਂ DC ਸਪਲਾਈ ਪ੍ਰੋਵਾਈਡ ਕਰਵਾਉਣ ਲਈ। ਆਰਕ ਵੈਲਡਿੰਗ ਦੇ ਲਈ ਉਪਯੁਕਤ ਮੇਨ ਸਪਲਾਈ AC ਦੀ ਹਾਈ ਵੋਲਟੇਜ ਨੂੰ ਲੋ ਵੋਲਟੇਜ, ਹੈਵੀ ਕਰੰਟ AC ਜਾਂ DC ਵਿੱਚ ਬਦਲਣ ਲਈ। ਐਪਲੀਕੇਸ਼ਨ ਦੇ ਆਧਾਰ ਤੇ ਆਰਕ ਵੈਲਡਿੰਗ ਦੇ ਦੌਰਾਨ ਕਰੰਟ ਦੀ ਰਿਕੁਆਇਰਡ ਸਪਲਾਈ ਨੂੰ ਕੰਟਰੋਲ ਅਤੇ ਐਡਜਸਟ ਕਰਨ ਲਈ। ਆਓ ਇਸ ਤੋਂ ਅੱਗੇ ਅਸੀਂ ਪੋਲਰਿਟੀ ਬਾਰੇ ਸਿੱਖੀਏ ਅਤੇ ਇਹ ਵੀ ਕਿ ਪੋਲਰਿਟੀ ਵਿੱਚ ਇਹ ਕਿਵੇਂ ਮਦਦ ਕਰਦੀ ਹੈ। ਪੋਲਰਿਟੀ ਦੀਆਂ ਮੁੱਖ ਟਾਈਪਸ ਹਨ डायरेक्ट करंट, स्ट्रेट पोलरिटी, डायरेक्ट करंट, रिवर्स पोलरिटी। ऑल्टरनेटिंग करंट विच पोलरिटी बदलती है जिस नू कंसिडर नहीं किया जाता। DC स्ट्रेट पोलरिटी विच इलेक्ट्रोड नेगेटिव हुंदा है अते वर्कपीस पॉजिटिव हुंदा है। इस वेल्डिंग दे रिजल्ट वजों इलेक्ट्रोड दी मेल्टिंग अते डिपोजिशन दा रेट तेज हो जाता है। आम तौर ते DC रिजर्व पोलरिटी विच इलेक्ट्रोड पॉजिटिव हुंदा है अते वर्कपीस नेगेटिव हुंदा है। इस किस्म दी पोलरिटी विच वेल्डिंग दे नतीजे वजों डीपर पेनिट्रेशन हुंदी है। आओ हुण असी एक AC वेल्डिंग ट्रांसफार्मर दी वर्किंग बारे सिखिए। AC वेल्डिंग ट्रांसफार्मर विच स्टेप डाउन ट्रांसफार्मर हुंदा है ਜਿਹੜਾ ਹਾਈ ਵੋਲਟੇਜ ਲੋ ਐਂਪੀਅਰੇਜ AC ਸਪਲਾਈ ਨੂੰ ਲੋ ਵੋਲਟੇਜ ਲਈ ਹਾਈ ਐਂਪੀਅਰੇਜ AC ਸਪਲਾਈ ਵਿੱਚ ਬਦਲਦਾ ਹੈ। ਇੱਕ ਸਟੈਪ ਡਾਊਨ ਟਰਾਂਸਫਾਰਮਰ ਹੈ ਜਿਹੜਾ ਸਪਲਾਈ ਵੋਲਟੇਜ ਯਾਨੀ 220 ਜਾਂ 440 ਵੋਲਟਸ ਤੋਂ ਵੈਲਡਿੰਗ ਸਪਲਾਈ ਵੋਲਟੇਜ ਯਾਨੀ ਓਪਨ ਸਰਕਟ ਵੋਲਟੇਜ ਵਿੱਚ 40 ਅਤੇ 100 ਵੋਲਟੇਜ ਵਿਚਕਾਰ ਕਨਵਰਟ ਕਰਦਾ ਹੈ। एक वेल्डिंग ट्रांसफार्मर लो इनपुट करंट नु हायर आउटपुट और रिक्वायर्ड करंट यानी एम्पियर्स विच कन्वर्ट करता है। AC वेल्डिंग ट्रांसफार्मर विच हेठ लिखे गए पार्ट्स शामिल होंदे हन। मेन पावर सोर्स, केबल, वेल्डिंग मशीन और ट्रांसफार्मर, इलेक्ट्रोड केबल, अर्थ क्लैंप, इलेक्ट्रोड होल्डर, इलेक्ट्रोड। आओ ਹੁਣ ਅਸੀਂ ਇੱਕ-ਇੱਕ ਕਰਕੇ ਇੱਕ ਪਾਰਟ ਬਾਰੇ ਜਾਣੀਏ। VO3 ਮੇਨ ਪਾਵਰ ਸੋਰਸ ਇਲੈਕਟ੍ਰੀਕਲ ਸੋਰਸ ਤੋਂ ਵੈਲਡਿੰਗ ਮਸ਼ੀਨ ਤੱਕ ਕਰੰਟ ਨੂੰ ਸਪਲਾਈ ਕਰਦਾ ਹੈ। ਕੇਬਲ ਮੇਨ ਪਾਵਰ ਸੋਰਸ ਤੋਂ ਵੈਲਡਿੰਗ ਟਰਾਂਸਫਾਰਮਰ ਤੱਕ ਕਰੰਟ ਕੰਡਕਟ ਕਰਦਾ ਹੈ। ਵੈਲਡਿੰਗ ਮਸ਼ੀਨ ਜਾਂ ਟਰਾਂਸਫਾਰਮਰ ਇਸ ਪ੍ਰੋਸੈਸ ਦਾ ਮੇਨ ਪਾਰਟ ਹੈ ਜਿਸ ਤੋਂ ਬਿਨਾਂ ਮਸ਼ੀਨ ਵੈਲਡਿੰਗ ਪ੍ਰੋਸੈਸ ਨਹੀਂ ਕੀਤੀ ਜਾ ਸਕਦੀ। ਇਸ ਵਿੱਚ ਰਿਕੁਆਇਰਮੈਂਟ ਅਨੁਸਾਰ ਆਉਟਪੁੱਟ ਕਰੰਟ ਨੂੰ ਬਦਲਣ ਲਈ ਕੰਟਰੋਲਰ ਸ਼ਾਮਲ ਹੁੰਦਾ ਹੈ। ਇਲੈਕਟ੍ਰੋਡ ਕੇਬਲ ਵੈਲਡਿੰਗ ਮਸ਼ੀਨ ਤੋਂ ਇਲੈਕਟ੍ਰੋਡ ਹੋਲਡਰ ਜਾਂ ਬੇਸ ਪਲੇਟ ਤੱਕ ਕਰੰਟ ਕੰਡਕਟ ਕਰਦਾ ਹੈ। ਅਰਥ ਕਲੈਂਪ ਦੀ ਵਰਤੋਂ ਵੈਲਡਿੰਗ ਮਸ਼ੀਨ ਨੂੰ ਬੇਸ ਮੈਟਲ ਨਾਲ ਕਨੈਕਟ ਕਰਨ ਲਈ ਕੀਤੀ ਜਾਂਦੀ ਹੈ। ਇਲੈਕਟ੍ਰੋਡ ਹੋਲਡਰ ਦੀ ਵਰਤੋਂ ਇਲੈਕਟ੍ਰੋਡ ਨੂੰ ਫੜਨ ਲਈ ਕੀਤੀ ਜਾਂਦੀ ਹੈ ਤਾਂ ਕਿ ਵੈਲਡਿੰਗ ਪ੍ਰੋਸੈਸ ਆਸਾਨੀ ਨਾਲ ਕੀਤਾ ਜਾ ਸਕੇ। ਦੂਜੇ ਪਾਸੇ ਹੋਲਡਰ ਵਿੱਚ ਇੱਕ ਫੰਕਸ਼ਨ ਵੀ ਹੁੰਦਾ ਹੈ ਜਿਸ ਨਾਲ ਇਲੈਕਟ੍ਰੋਡਸ ਵਿੱਚ ਇਲੈਕਟ੍ਰਿਕ ਕਰੰਟ ਪਾਸ ਹੁੰਦਾ ਹੈ। ਇਲੈਕਟ੍ਰੋਡ ਦੀ ਵਰਤੋਂ वर्कपीस के जरिए करंट कंडक्ट करके दो वर्कपीस जोड़न दे लई कीती जांदी है।
ਇਲੈਕਟ੍ਰੋਡ ਵਿੱਚ ਇੱਕ ਫਲਕਸ ਹੁੰਦਾ ਹੈ ਜਿਹੜਾ ਵੈਲਡ ਨੂੰ ਆਕਸੀਡੇਸ਼ਨ ਤੋਂ ਬਚਾਉਂਦਾ ਹੈ। ਆਓ ਹੁਣ ਅਸੀਂ ਵੈਲਡਿੰਗ ਪ੍ਰੋਸੈਸ ਦੌਰਾਨ ਵਰਤੇ ਜਾਣ ਵਾਲੇ ਟੂਲਸ ਅਤੇ ਗੀਅਰ ਬਾਰੇ ਜਾਣਕਾਰੀ ਹਾਸਲ ਕਰੀਏ। ਆਓ ਪਹਿਲਾਂ ਅਸੀਂ ਚਿਪਿੰਗ ਹੈਮਰ ਬਾਰੇ ਸਿੱਖੀਏ। ਚਿਪਿੰਗ ਹੈਮਰ ਦੀ ਵਰਤੋਂ ਸਲੈਗ ਨੂੰ ਰਿਮੂਵ ਕਰਨ ਲਈ ਕੀਤੀ ਜਾਂਦੀ ਹੈ ਜੋ ਡਿਪੋਜ਼ਿਟ ਵੈਲਡ ਬੀਟ ਨੂੰ ਕਵਰ ਕਰਦਾ ਹੈ। ਇਹ ਮਾਈਲਡ ਸਟੀਲ ਹੈਂਡਲ ਨਾਲ ਮੀਡੀਅਮ ਕਾਰਬਨ ਸਟੀਲ ਦਾ ਬਣਿਆ ਹੁੰਦਾ ਹੈ। ਦ ਕਾਰਬਨ ਸਟੀਲ ਵਾਇਰ ਬ੍ਰਸ਼ ਇਹ ਇਸ ਲਈ ਵਰਤਿਆ ਜਾਂਦਾ ਹੈ। ਵੈਲਡਿੰਗ ਤੋਂ ਪਹਿਲਾਂ ਵਰਕ ਸਰਫੇਸ ਤੋਂ ਰਸਟ, ਆਕਸਾਈਡ ਅਤੇ ਹੋਰ ਡਰਟ ਆਦਿ ਦੀ ਸਫਾਈ ਲਈ। ਸਲੈਗ ਦੀ ਚਿਪਿੰਗ ਦੇ ਬਾਅਦ ਇੰਟਰਬੀਟ ਵੈਲਡ ਡਿਪੋਜ਼ਿਟਸ ਦੀ ਸਫਾਈ ਲਈ। ਵੈਲਡਮੈਂਟ ਦੀ ਆਮ ਸਫਾਈ ਲਈ ਇਹ ਇੱਕ ਹੈਂਡਲ ਵਾਲੇ ਵੁਡਨ ਪੀਸ ਵਿੱਚ ਫਿਟਡ ਸਟੀਲ ਵਾਇਰਸ ਦੇ ਗੁੱਛੇ ਦਾ ਬਣਿਆ ਹੁੰਦਾ ਹੈ। ਟੌਂਗਸ ਦੇ ਜੋੜੇ ਦੀ ਵਰਤੋਂ ਹੌਟ ਵਰਕ ਪੀਸਿਸ ਨੂੰ ਹੋਲਡ ਕਰਨ ਲਈ ਅਤੇ ਜੌਬ ਨੂੰ ਪੋਜੀਸ਼ਨ ਵਿੱਚ ਰੱਖਣ ਲਈ ਕੀਤੀ ਜਾਂਦੀ ਹੈ। ਇੱਕ ਵੈਲਡਿੰਗ ਹੈਂਡ ਸਕਰੀਨ ਅਤੇ ਵੈਲਡਿੰਗ ਹੈਲਮਟ ਜਿਸ ਦੀ ਵਰਤੋਂ ਆਰਕ ਰੇਡੀਏਸ਼ਨ ਤੋਂ ਚਿਹਰੇ ਅਤੇ ਅੱਖਾਂ ਨੂੰ ਸ਼ੀਲਡ ਕਰਨ ਅਤੇ ਪ੍ਰੋਟੈਕਟ ਕਰਨ ਲਈ ਕੀਤੀ ਜਾਂਦੀ ਹੈ। ਚਿਪਿੰਗ ਗੋਗਲਸ ਦੀ ਵਰਤੋਂ ਸਲੈਗ ਦੀ ਚਿਪਿੰਗ ਸਮੇਂ ਅੱਖਾਂ ਦੀ ਸੁਰੱਖਿਆ ਲਈ ਕੀਤੀ ਜਾਂਦੀ ਹੈ। ਐਪਰਨ ਸਰੀਰ ਨੂੰ ਪ੍ਰੋਟੈਕਟ ਕਰਨ ਲਈ ਵਰਤਿਆ ਜਾਂਦਾ ਹੈ। ਇਹ ਲੈਦਰ ਦਾ ਬਣਿਆ ਹੁੰਦਾ ਹੈ ਅਤੇ ਇਸ ਨੂੰ ਰੇਡੀਏਸ਼ਨ ਅਤੇ ਹੌਟ ਸਪੈਟਰਸ ਤੋਂ ਪ੍ਰੋਟੈਕਸ਼ਨ ਲਈ ਪਹਿਨਿਆ ਜਾਂਦਾ ਹੈ। ਲੈਦਰ ਹੈਂਡ ਗਲਵਸ ਦੀ ਵਰਤੋਂ ਹੱਥਾਂ ਨੂੰ ਇਲੈਕਟ੍ਰੀਕਲ ਸ਼ੌਕ, ਰੇਡੀਏਸ਼ਨ ਅਤੇ ਹੌਟ ਸਪੈਟਰਸ ਤੋਂ ਬਚਾਉਣ ਲਈ ਕੀਤੀ ਜਾਂਦੀ ਹੈ। ਰੀਕੈਪ ਲਈ ਅਸੀਂ ਸਿੱਖਿਆ ਹੈ ਆਰਕ ਵੈਲਡਿੰਗ ਦੇ ਪਾਰਟਸ ਬਾਰੇ ਦੱਸਣਾ, ਵੈਲਡਿੰਗ ਟਰਾਂਸਫਾਰਮਰਸ ਦੇ ਫੀਚਰਸ ਬਾਰੇ ਦੱਸਣਾ, ਵਿਭਿੰਨ ਵੈਲਡਿੰਗ ਐਕਸੈਸਰੀਜ਼ ਨੂੰ ਲਿਸਟ ਕਰਨਾ। ਇਸ ਦੇ ਨਾਲ ਅਸੀਂ ਇਸ ਸੈਸ਼ਨ ਦੇ ਅੰਤ ਵਿੱਚ ਪਹੁੰਚ ਗਏ ਹਾਂ। ਅਗਲੇ ਸੈਸ਼ਨ ਵਿੱਚ ਮਿਲਦੇ ਹਾਂ।